ਕੀਤੇ ਨੇ, ਮੈਂ ਦੋ ਮੇਨ ਨੇ ਇਹਦੇ 'ਚ। ਧਿਆਨ ਚੰਦ ਦੀ ਫੈਮਿਲੀ, ਉਹਨਾਂ ਦੇ 4 ਤਾਂ ਓਲੰਪੀਅਨ ਹੋਏ ਨੇ, 9 ਇੰਟਰਨੈਸ਼ਨਲ ਨੇ, ਟੋਟਲ 4 ਓਲੰਪੀਅਨ ਨੇ। ਉਹਨਾਂ 'ਚੋਂ ਧਿਆਨ ਚੰਦ ਜੀ, ਉਹਨਾਂ ਦਾ ਬ੍ਰਦਰ ਓਲੰਪੀਅਨ ਰੂਪ ਸਿੰਘ ਜੀ, ਉਹਨਾਂ ਦਾ ਧਿਆਨ ਚੰਦ ਦਾ ਬੇਟਾ ਅਸ਼ੋਕ ਕੁਮਾਰ ਜੀ, ਧਿਆਨ ਚੰਦ ਦੀ ਦੋਹਤੀ ਅਸ਼ੋਕ ਕੁਮਾਰ ਦੀ ਭਾਣਜੀ ਨੇਹਾ ਸਿੰਘ, ਉਹਨੇ ਵਰਲਡ ਕੱਪ ਖੇਡਿਆ, ਇੱਕ ਓਲੰਪਿਕ ਖੇਡੀ, ਇੱਕ ਏਸ਼ੀਆਡ ਖੇਡਿਆ ਉਹਨੇ। ਉਹ ਤੋਂ ਇਲਾਵਾ ਧਿਆਨ ਚੰਦ ਦੇ 5 ਅਸ਼ੋਕ ਤੋਂ ਇਲਾਵਾ ਧਿਆਨ ਚੰਦ ਦੇ 5 ਪੁੱਤਰ ਇੰਟਰਨੈਸ਼ਨਲ ਹਾਕੀ ਖੇਡੇ ਨੇ, ਇੱਕ ਨੈਸ਼ਨਲ ਖੇਡਿਆ। 7 ਭਰਾ ਨੇ ਇਹ। ਰੂਪ ਸਿੰਘ ਦੇ 2 ਬੇਟੇ ਸੀ, ਭਗਤ ਸਿੰਘ, ਚੰਦਰ ਸ਼ੇਖਰ ਸਿੰਘ, ਇੱਕ ਕਮਾਂਤਰੀ ਹਾਕੀ ਖੇਡਿਆ, ਇੱਕ ਨੈਸ਼ਨਲ ਹਾਕੀ ਖੇਡਿਆ। ਸੈਕਿੰਡ ਆ ਜਾਓ ਜੀ ਫਿਰੋਜ਼ਪੁਰੀਆ ਪਰਿਵਾਰ, ਅਜੀਤ ਸਿੰਘ ਦੇ ਨਾਂ, ਜਿਹਦੇ ਨਾਂ 'ਤੇ 15 ਸੈਕਿੰਡ 'ਚ ਸਪੀਡੀ ਗੋਲ ਰਿਕਾਰਡ ਅੱਜ ਤੱਕ। ਪਹਿਲਾ ਟੱਚ ਅਜੀਤਪਾਲ ਦਾ ਸੀ, ਕੈਪਟਨ ਦਾ। ਸੈਕਿੰਡ ਟੱਚ ਬੁਲੀ ਆਫ ਹੁੰਦੀ ਸੀ ਉਦੋਂ, ਬੁਲੀ ਆਫ ਤੋਂ ਬਾਅਦ ਅਜੀਤਪਾਲ ਸੈਂਟਰ ਆਫ ਸੀ, ਉਹਨੇ ਕ੍ਰਾਸ ਦਿੱਤਾ ਉਹਨੂੰ ਚਾਂਦ ਸਿੰਘ ਨੂੰ, ਚਾਂਦ ਸਿੰਘ ਨੇ ਅਜੀਤ ਸਿੰਘ ਨੂੰ ਡੀ ਸਰਕਲ 'ਚ, ਜੇ ਇਹਦੇ ਨਾਲ ਦੀ ਨਾਲ ਗੋਲ 15 ਸੈਕਿੰਡ ਦਾ ਸਪੀਡੀ ਗੋਲ ਕਹਿੰਦੇ ਉਹਨੂੰ, ਉਹ ਅਜੀਤ ਸਿੰਘ ਦੇ ਨਾਲ ਦਰਜ ਹੈ। ਪਰ ਅਜੀਤ ਸਿੰਘ ਦਾ ਵੱਡਾ ਭਰਾ ਹਰਮੀਤ ਸਿੰਘ, ਜਿਹਨੂੰ ਮਿੱਕੀ ਕਿਹਾ ਜਾਂਦਾ ਹਾਕੀ ਦੇ ਹਲਕਿਆਂ ਦਾ, ਉਹ ਬਹੁਤ ਵੱਡਾ ਓਲੰਪੀਅਨ ਸੀ। ਉਹਨੇ ਪਹਿਲਾ ਵਰਲਡ ਕੱਪ ਖੇਡਿਆ ਜਦੋਂ ਅਜੀਤਪਾਲ ਕੈਪਟਨ ਸੀ, ਉਦੋਂ ਟੀਮ ਸੈਮੀਫਾਈਨਲ 'ਚ ਪਹੁੰਚੀ, ਟੀਮ ਸੈਮੀਫਾਈਨਲ ਹਾਰ ਗਈ, ਪਰ ਕੀਨੀਆ ਨੂੰ ਹਰਾਇਆ, ਉਹਨਾਂ ਨੇ ਬ੍ਰੌਂਜ ਮੈਡਲ ਜਿੱਤਿਆ। 2 ਸਾਲ ਬਾਅਦ 73 'ਚ ਐਮਸਟਰਡਮ 'ਚ ਦੂਜਾ ਵਰਲਡ ਕੱਪ ਹੋਇਆ। ਹਰਮੀਤ ਸਿੰਘ ਤੋਂ ਬਾਅਦ ਅਜੀਤ ਸਿੰਘ ਨੂੰ ਵੀ ਸਿਲੈਕਸ਼ਨ ਕਮੇਟੀ ਨੇ ਟੀਮ 'ਚ ਪਾਇਆ। ਉਹਦੇ 'ਚ ਹਰਮੀਤ ਸਿੰਘ ਹੋ ਗਿਆ ਜੀ, ਧਿਆਨ ਚੰਦ, ਰੂਪ ਸਿੰਘ, ਅਸ਼ੋਕ ਕੁਮਾਰ ਸਿੰਘ, ਨੇਹਾ ਸਿੰਘ, ਹਰਮੀਤ ਸਿੰਘ, ਅਜੀਤ ਸਿੰਘ, ਗਗਨਜੀਤ ਸਿੰਘ, ਨਵਸ਼ੇਰ ਸਿੰਘ, ਅੱਛਾ ਜੀ ਤੁਹਾਡਾ ਟੌਮ ਜਿਲ, ਇੱਕ ਬੈਲਜੀਅਮ ਦਾ ਪਰਿਵਾਰ ਹੋਇਆ। ਉਹ ਦੋਨੇ ਭੈਣ ਭਰਾ ਇਕੱਠੇ ਟੋਕੀਓ 'ਚ ਓਲੰਪਿਕ ਹਾਕੀ ਖੇਡੇ ਨੇ। ਇਹ ਭਾਰਤ ਰਤਨ ਵੈਸੇ ਖਿਡਾਰੀ ਤਾਂ ਬਹੁਤ ਨੇ, ਪਰ ਸਰਕਾਰਾਂ ਇੰਨੀਆਂ ਨਿਕੰਮੀਆਂ ਨੇ ਨਾ, ਇਹਨਾਂ ਨੇ ਕੋਈ ਸੋਚਿਆ ਨਹੀਂ। ਪਹਿਲਾ ਤਾਂ ਹੱਕਦਾਰ ਹੈਗਾ ਧਿਆਨ ਚੰਦ ਸਿੰਘ ਹੈ, ਧਿਆਨ ਚੰਦ ਸਿੰਘ ਨੂੰ ਮਿਲਣਾ ਚਾਹੀਦਾ। ਹਾਂ, ਦੂਜਾ ਉਹਦੇ ਭਰਾ ਵੀ ਹੱਕਦਾਰ ਹੈ, ਕਿਉਂਕਿ ਉਹਦੇ ਨਾਂ ਅੱਜ ਤੱਕ 10 ਓਲੰਪੀਕ ਦੇ ਇੱਕ ਮੈਚ 10 ਗੋਲ ਸਕੋਰ ਕੀਤੇ ਨੇ ਉਹਨੇ, ਲਾਸ ਐਂਜਲਸ 'ਚ 1932 'ਚ। ਕੋਈ ਖਿਡਾਰੀ ਨਹੀਂ ਕਰ ਸਕਿਆ 10 ਗੋਲ ਅੱਜ ਤੱਕ, ਉਹਦਾ ਰਿਕਾਰਡ ਹੁਣ ਵੀ ਬੋਲਦਾ। ਉਹ ਵੈਸੇ ਕਹਿੰਦੇ ਵੀ ਧਿਆਨ ਚੰਦ ਨਾਲੋਂ ਵੀ ਘਾਤਕ ਖਿਡਾਰੀ ਸੀ, ਪਰ ਉਹ ਆਪਣੇ ਭਰਾ ਵੱਡਾ ਸੀ, ਉਹਦੀ ਰਿਸਪੈਕਟ ਕਰਕੇ ਨਾ ਬਾਲ ਉਹਨੂੰ ਦੇ ਦਿੰਦਾ ਸੀ ਆ ਕੇ। ਹਾਲਾਂਕਿ ਗੋਲ ਮਾਰ ਸਕਦਾ ਸੀ ਆਪ ਉਹ, ਪਰ ਉਹ ਬਾਲ ਉਹਨਾਂ ਨੂੰ ਛੱਡ ਦਿੰਦਾ ਸੀ। ਉਹ ਤੋਂ ਬਾਅਦ ਬਲਵੀਰ ਸਿੰਘ ਨੇ ਆਪਣੇ ਸੀਨੀਅਰ, ਜਿਨ੍ਹਾਂ ਨੂੰ ਜੂਨੀਅਰ, ਜਿਨ੍ਹਾਂ ਨੂੰ ਸਿੱਖ ਧਿਆਨ ਚੰਦ ਕਿਹਾ ਜਾਂਦਾ, ਉਹਨਾਂ ਨੇ ਵੀ 3 ਗੋਲਡ ਮੈਡਲ ਜਿੱਤੇ ਨੇ। ਉਹਨਾਂ ਦੇ 3 ਗੋਲਡ ਮੈਡਲਾਂ ਤੋਂ ਇਲਾਵਾ ਓਲੰਪਿਕ ਦੇ ਉਹਨਾਂ ਨੇ ਜਿਹੜੀ 75 ਦਾ ਵਰਲਡ ਕੱਪ ਜਿੱਤਿਆ, ਜਿਹੜਾ ਆਪਣਾ ਅਸ਼ੋਕ ਕੁਮਾਰ ਜੀ ਆਏ ਨੇ ਉਹਨਾਂ 'ਚੋਂ ਅੱਜ, ਉਹਨਾਂ ਦੇ ਉਹ ਟੀਮ ਦੇ ਮੈਨੇਜਰ ਕੰਮ ਹੈੱਡ ਕੋਚ ਸੀਗੇ। ਉਹ ਜੈਲ ਸਿੰਘ ਨੇ ਡਿਊਟੀ ਲਾਈ ਸੀ ਵੀ ਆਪਾਂ ਬਲਵੀਰ ਸਿੰਘ ਵੀ ਟੀਮ ਨੂੰ ਆਪਾਂ ਵਰਲਡ ਕੱਪ ਜਿਤਾਉਣਾ। ਉਹ ਕਹਿੰਦਾ ਸਰ ਠੀਕ ਹੈ, ਸਿਰ ਮੱਥੇ। ਉਹਨਾਂ ਨੇ ਫਿਰ ਉਹਨਾਂ ਨੇ ਪੰਜਾਬ ਯੂਨੀਵਰਸਿਟੀ 'ਚ ਕੈਂਪ ਲੱਗਿਆ ਇੱਥੇ, ਉਹਨਾਂ ਨੇ ਕੈਂਪ ਦੀ ਨਿਗਰਾਨੀ ਕੀਤੀ। ਬੜੇ ਉਹਨਾਂ ਨੇ ਖਿਡਾਰੀਆਂ ਦੇ ਵਹਿਮ ਭਰਮ ਦੂਰ ਕੀਤੇ ਨੇ। ਜਦੋਂ ਖਿਡਾਰੀ ਖੇਡਣ ਜਾਂਦੇ ਸੀ ਨਾ, ਉਹਦੇ 'ਚ ਹਿੰਦੂ ਖਿਡਾਰੀ ਵੀ ਸੀ, ਸਿੱਖ ਵੀ ਸੀ, ਮੁਸਲਿਮ ਵੀ ਸੀ, ਈਸਾਈ ਵੀ ਸੀ। ਉਹਨਾਂ ਨੇ ਗੁਰੂਆਂ ਦੀਆਂ ਫੋਟੋਆਂ, ਦੇਵੀ ਦੇਵਤਿਆਂ ਦੀਆਂ ਫੋਟੋਆਂ, ਮਸਜਿਦ ਦੀ ਫੋਟੋ, ਕ੍ਰਿਸਚਨਾਂ ਦਾ ਜਿਹੜਾ ਹੁੰਦਾ ਉਹ ਫੋਟੋ ਰੱਖ ਕੇ ਖਿਡਾਰੀ ਉੱਥੇ ਸਿੱਧਾ ਕਰਦੇ ਜਾਂਦੇ ਸੀ। ਜਦੋਂ ਵਰਲਡ ਕੱਪ ਖੇਡਣ ਗਈ ਨਾ ਟੀਮ, ਉਹ ਬੜਾ ਏਅਰਪੋਰਟ 'ਤੇ ਪਾਕਿਸਤਾਨੀ ਟੀਮ ਵੀ ਨਾਲੇ ਆ ਗਈ, ਇੱਧਰੋਂ ਇੰਡੀਆ ਦੀ ਟੀਮ ਪਹੁੰਚ ਗਈ। ਉਹ ਜਿਹੜੇ ਉੱਥੇ ਆਪਣਾ ਮਹਿਮਾਨ ਨਵਾਜੀ ਵਾਸਤੇ ਹਾਰ ਲਈ ਖੜ੍ਹੇ ਸੀ, ਉਹ ਪਾਉਣ ਲੱਗੇ ਇੰਡੀਆ ਟੀਮ ਦੇ ਗਲ 'ਚ, ਪਰ ਬਲਵੀਰ ਸਿੰਘ ਕਹਿੰਦੇ ਨਹੀਂ ਵੀ ਸਰ ਉਹ ਸਾਡੇ ਛੋਟੇ ਭਾਈ ਨੇ, ਉਹਨਾਂ ਦੇ ਗਲ 'ਚ ਪਾ ਦਿਓ। ਪਾਕਿਸਤਾਨੀ ਦੇ ਗਲ 'ਚ ਹਾਰ ਪਾ ਦਿੱਤੇ। ਉਹ ਤੋਂ ਬਾਅਦ ਜਦੋਂ ਫਾਈਨਲ ਮੈਚ ਸੀ ਨਾ ਪਾਕਿਸਤਾਨ ਨਾਲ, ਬਲਵੀਰ ਸਿੰਘ ਨੇ ਸੁਬਾਹ ਹੀ ਟੀਮ ਤਿਆਰ ਕਰ ਲਈ, ਕਹਿੰਦਾ ਵੀ ਆਪਾਂ ਸੁਖਤੇ ਉੱਠਣਾ। ਖਿਡਾਰੀ ਵਿੱਚ ਤੋਂ ਕਹਿਣਗੇ ਸਰ ਅੱਜ ਤਾਂ ਆਪਣਾ ਮੈਚ ਖੇਡਣਾ, ਅੱਜ ਤਾਂ ਉਹ ਕਹਿੰਦਾ ਟ੍ਰੇਨਿੰਗ ਨਹੀਂ ਕਰਨੀ, ਕੁਛ ਨਹੀਂ ਕਰਨੀ ਆਪਾਂ ਨੇ, ਆਪਾਂ ਕਿਸੇ ਜਾਣਾ ਜਗ੍ਹਾ। ਉਹ ਖਿਡਾਰੀ ਵਰਦੀਆਂ 'ਚ ਪਾ ਕੇ ਲੈ ਗਿਆ, ਮਸਜਿਦ ਸੀ ਉੱਥੇ, ਮਸਜਿਦ 'ਤੇ ਮੱਥਾ ਟੇਕਿਆ ਉਹਨਾਂ ਨੇ। ਇਹ ਟੇਕ ਕੇ ਆ ਰਹੀ ਸੀ, ਪਾਕਿਸਤਾਨੀ ਟੀਮ ਆ ਗਈ। ਉਹ ਕੋਚ ਕਹਿੰਦਾ ਯਾਰ ਜਿਹੜੀ ਚੀਜ਼ ਅਸੀਂ ਮੰਗਣ ਗਏ ਸੀ ਖੁਦਾ ਤੋਂ, ਇਹ ਪਹਿਲਾਂ ਹੀ ਮੰਗ ਕੇ ਆ ਗਏ। ਕਹਿੰਦਾ ਵੀ ਪਹਿਲਾਂ ਹੀ ਮੰਗ ਕੇ ਆ ਗਏ। ਉਹ ਤੋਂ ਬਾਅਦ ਸੈਮੀਫਾਈਨਲ 'ਚ ਸਰਜੀਤ ਮਾੜਾ ਖੇਡ ਰਿਹਾ ਸੀ। ਉਹ ਕਹਿੰਦੇ ਵੀ ਸਰਜੀਤ ਕਹਿੰਦਾ ਸਰ ਮੇਰੀ ਗੇਮ ਨਹੀਂ ਚੱਲ ਰਹੀ। ਕਹਿੰਦਾ ਤੂੰ ਇੱਦਾਂ ਕਰ, ਤਿਲ ਚੌੜੀ ਲੈ, ਉਹਦੇ ਪਾਣੀ ਸੁੱਟ ਗਿਆ। ਅਸਲਮ ਸ਼ੇਰ ਖਾਂ ਕਹਿੰਦਾ ਮੈਂ ਸਰ ਮੇਰੀ ਵੀ ਗੇਮ ਮਾੜੀ ਹੈ। ਉਹ ਕਹਿੰਦਾ ਤੂੰ ਜਰਸੀ ਬਦਲ ਲੈ ਆਪਣੀ। ਉਹ ਖਿਡਾਰੀ ਦੇ ਵਹਿਮ ਭਰਮ ਵੀ ਤੋੜਦੇ ਰਹੇ ਵੀ ਉਹਨਾਂ ਟੀਮ ਨੂੰ ਨਾ ਹਰ ਹਰਬਾ ਵਰਤਿਆ ਟੀਮ ਤਿਆਰ ਕਰਨ ਵਾਸਤੇ, ਜਿਹੜਾ ਵਰਤ ਸਕਦੇ।
ਦੋ ਨੂੰ ਮਿਲਣਾ ਚਾਹੀਦਾ। ਬਾਕੀ ਅਜੀਤਪਾਲ ਡਿਜ਼ਰਵ ਕਰਦਾ, ਅਜੀਤਪਾਲ, ਪਰ ਪਹਿਲਾਂ ਦੋਵਾਂ ਨੂੰ ਤਾਂ ਦੇਣ ਇਹ। ਠੀਕ ਹੈ, ਥੈਂਕ ਅੱਜ ਦੀ ਜੋ ਇਹ ਪ੍ਰੋਗਰਾਮ ਸੀਗਾ ਹਾਕੀ ਓਲੰਪੀਅਨਸ ਫੈਮਿਲੀ 1 ਬੁੱਕ ਜੋ ਸਾਡੇ ਵੀਰ ਸੁਖਵਿੰਦਰਜੀਤ ਮਨੌਲੀ ਜੀ ਨੇ ਲਿਖੀ ਆ, ਉਹਦੇ 'ਚ ਜਿਹੜੇ ਹਾਕੀ ਫੈਮਲੀਜ਼ ਆ ਜਿਨ੍ਹਾਂ ਦੇ ਪੇਰੈਂਟਸ ਵੀ ਹਾਕੀ ਖੇਡਦੇ ਸੀਗੇ, ਉਹਨਾਂ ਦੇ ਬੱਚੇ ਵੀ ਹਾਕੀ ਖੇਡਦੇ ਸੀਗੇ, ਉਹਨਾਂ ਦੇ ਬਾਰੇ 'ਚ ਲਿਖ ਕੇ ਲੋਕਾਂ ਨੂੰ ਇੱਕ ਇਹ ਸੁਨੇਹਾ ਦਿੱਤਾ ਕਿ ਸਾਨੂੰ ਸਾਰਿਆਂ ਨੂੰ ਆਪਣੇ ਬੱਚਿਆਂ ਨੂੰ ਜਿਹੜੀ ਆ ਉਹ ਗੇਮਾਂ ਪ੍ਰਤੀ ਖੇਡਣ ਲਈ ਪ੍ਰੇਰਨਾ ਚਾਹੀਦਾ। ਔਰ ਇਸ ਦੇ ਨਾਲ ਨਾਲ ਉਹਨਾਂ ਨੇ ਬਹੁਤ ਹੀ ਪੁਰਾਣੇ ਓਲੰਪੀਅਨਸ ਜਿਨ੍ਹਾਂ ਨੂੰ ਅੱਜ ਲੋਕ ਭੁੱਲ ਗਏ ਸੀਗੇ, ਉਹਨਾਂ ਨੂੰ ਇਸ ਬੁੱਕ ਦੇ ਵਿੱਚ ਲਿਖ ਕੇ ਉਹਨਾਂ ਨੇ ਲੋਕਾਂ ਨੂੰ ਯਾਦ ਕਰਾਇਆ ਕਿ ਇਹ ਪੁਰਾਣੇ ਓਲੰਪੀਅਨਸ ਜਿਹੜੇ ਉਹਨਾਂ ਦੀਆਂ ਫੈਮਲੀਆਂ ਜਿਹੜੀਆਂ ਉਹ ਕਿਸ ਤਰ੍ਹਾਂ ਖੇਲ ਕੇ ਅੱਗੇ ਆਈਆਂ। ਔਰ ਮੈਂ ਸਮਝਦਾ ਕਿ ਸੁਖਵਿੰਦਰਜੀਤ ਸਿੰਘ ਮਨੌਲੀ ਜੀ ਨੇ ਇੱਕ ਬਹੁਤ ਹੀ ਅੱਛਾ ਉਪਰਾਲਾ ਕੀਤਾ। ਔਰ ਇਹ ਕਿਤਾਬ ਜਿਹੜੀ ਆ ਇਸ ਨੂੰ ਸਾਰੇ ਸਕੂਲਾਂ ਦੇ ਵਿੱਚ ਲਾਉਣਾ ਚਾਹੀਦਾ ਤਾਂ ਕਿ ਬੱਚਿਆਂ ਨੂੰ ਪਤਾ ਲੱਗੇ ਕਿ ਸਪੋਰਟਸ ਦੀਆਂ ਫੈਮਲੀਜ਼ ਜਿਹੜੀਆਂ ਆ ਉਹਨਾਂ ਦੇ ਕਿਸ ਤਰ੍ਹਾਂ ਬੱਚੇ ਪਲੇਅਰ ਬਣੇ ਔਰ ਬੱਚਿਆਂ ਨੂੰ ਪ੍ਰੇਰਨਾ ਮਿਲੇ ਇਸ ਕਿਤਾਬ ਤੋਂ, ਔਰ ਸਾਰੇ ਬੱਚੇ ਗਾਂ ਇਸ ਸਪੋਰਟਸ ਹਾਕੀ ਪ੍ਰਤੀ ਉਹ ਪ੍ਰੇਰਿਤ ਹੋਣ। ਠੀਕ ਹੈ ਸਰ। एक स्पोर्ट्स ही ऐसी चीज़ है जिहड़ी कि नशे ख़त्म कर सकती है, क्योंकि हर जवान बच्चा ਉਹਦੇ ਵਿੱਚ ਜਦੋਂ ਜਵਾਨੀ ਹੁੰਦੀ ਹੈ ਉਹਦੇ ਵਿੱਚ ਹਰ ਕੋਈ ਨਾ ਨਸ਼ਾ ਹੁੰਦਾ ਕਿ ਮੈਂ ਕੋਈ ਨਾ ਕੋਈ ਨਸ਼ਾ ਜ਼ਰੂਰ ਕਰਨਾ, ਚਾਹੇ ਉਹ ਸਪੋਰਟਸ ਦਾ ਕਰ ਲੇ, ਚਾਹੇ ਉਹ ਦੂਜਾ ਨਸ਼ਾ ਕਰ ਲੇ, ਚਾਹੇ ਕੋਈ ਹੋਰ ਨਸ਼ਾ ਕਰ ਲੇ। ਮਗਰ ਜਿਹੜਾ ਬੱਚਾ ਸਪੋਰਟਸ ਦਾ ਨਸ਼ਾ ਕਰ ਲੈਂਦਾ ਨਾ ਉਹ ਜ਼ਿੰਦਗੀ 'ਚ ਹਮੇਸ਼ਾ ਕਾਮਯਾਬ ਰਹਿੰਦਾ। ਉਸ ਕਾਮਯਾਬੀ ਨਾਲ ਸਾਡਾ ਜਿਹੜਾ ਸਮਾਜ ਹੈ ਉਹ ਵੀ ਉਹਦੀ ਕਦਰ ਕਰਦਾ, ਉਹਦੇ ਪਰਿਵਾਰ ਨੂੰ ਦੀ ਵੀ ਕਦਰ ਹੁੰਦੀ ਹੈ। ਇਸ ਕਰਕੇ ਅਗਰ ਤੁਸੀਂ ਨਸ਼ਾ ਕਰਨਾ ਹੈ, ਮੈਂ ਇਹ ਕਹਿਣਾ ਕਿ ਸਪੋਰਟਸ ਦਾ ਨਸ਼ਾ ਕਰੋ ਤਾਂ ਕਿ ਤੁਹਾਡੀ ਲਾਈਫ ਬਣੇ। ਇਸ ਸਪੋਰਟਸ ਦੇ ਵਿੱਚ ਤੁਹਾਨੂੰ ਹਰ ਚੀਜ਼ ਤੁਸੀਂ ਪ੍ਰਾਪਤੀ ਕਰ ਸਕਦੇ ਹੋ, ਕੀ ਨੌਕਰੀ, ਕੀ ਸ਼ੋਹਰਤ, ਕੀ ਪੈਸਾ, ਕੋਈ ਕਮੀ ਨਹੀਂ ਹੈਗੀ। ਇਸ ਕਰਕੇ ਮੈਂ ਹਰ ਬੱਚੇ ਨੂੰ ਇਹੀ ਐਡਵਾਈਸ ਕਰਦਾ ਹਾਂ ਕਿ ਸਪੋਰਟਸ ਕਰੋ। ਹਰ ਗੇਮ ਦੇ ਵਿੱਚ ਤੁਹਾਨੂੰ ਕਿਤੇ ਨਾ ਕਿਤੇ ਕੋਈ ਜ਼ਰੂਰ ਪਾਰਟਿਸਿਪੇਟ ਕਰਨਾ ਚਾਹੀਦਾ। जी, आज मेरा आज मैं चंडीगढ़ में हॉकी ओलंपियन फैमिली एक ऐसी किताब, एक ऐसी बुक जिसको सुखविंदर सिंह मनौली जी ने, जो मेरे नज़र में और मेरे जिनके संबंध और मेरे ताल्लुकात बरसों से चले आ रहे हैं और जिनके सबसे बड़ी क्वालिटी ये है कि इनके अंदर लिखने की जो एक क्षमताएं, उसकी जो खूबसूरती है वो अलग ही है, एक जुनून है इनके अंदर। और इन्होंने कई किताबें और भी लिखी हैं, फुटबॉल के ऊपर लिखी है, हॉकी के ऊपर लिखी है, और इनकी ये जो हॉकी के फैमिली के ऊपर जो किताबें लिखी हैं, इसका तो मैं वाकई में बहुत ही तारीफ़ करता हूँ कि उन परिवारों को सामने लेकर आए हैं जिनके परिवारों ने इस देश के हॉकी के सम्मान को आगे बढ़ाया है, जिन्होंने हॉकी के उस खेल को परिवारों ने अपने खून, अपने पसीने से उसको आगे बढ़ाने की कोशिश की और देश के लिए मेडल जीते हैं। और ऐसे परिवारों को आगे बढ़ाकर दुनिया को दिखाना, दुनिया के सामने लाना, ये एक बहुत बड़ी बात है, एक चुनौती थी जिसको सुखविंदर सिंह मनौली साहब ने बड़ी खूबसूरती से इसको इस किताब के अंदर पेश किया। मैं इस किताब और मनौली साहब के लिए बहुत बहुत अपनी दिली ख्वाहिश और दिली मुबारकबाद उनको देता हूँ। उम्मीद करता हूँ कि ये किताब एक ऐसी सिंगल किताब नहीं बल्कि इस तरह की और भी कई बातें मनौली साहब अपने जो उनके अंदर एक किताबों और शब्दों को पिरोने की जो कला है उसको आगे भी इस तरह आगे बढ़ाते हैं। आज के इस बुक लॉन्च के शुभ अवसर पर आए हुए सभी हमारे विशिष्ट मेहमान, हमारे ओलंपियंस, फाइनेंस मिनिस्टर जी अभी निकल गए, चले गए हैं, चीमा साहब, कई ओलंपियंस और उनके परिवार यहाँ पर आज मौजूद हैं जिन्होंने हॉकी से रिश्ता रखा है। ऐसे परिवार
जिन्होंने हॉकी जो एक छोटी सी जगह से आगे बढ़कर एक समुद्र की तरह एक वृद्ध बहुत बड़े हमारे देश के सम्मान को जिसने शिखर पर पहुंचाया, और उन खिलाड़ियों तक तो बात ठीक थी, लेकिन मनोली जी ने एक खास काम वो ये किया कि आज उन परिवारों को जिनके मेंबर्स ने भी हॉकी खेली और अचीव किया, उनको समेट कर इस किताब के अंदर अपनी जो बुक लिखी है इसमें वो जगह मिली है। तो वो ये हॉकी को आप समझ सकते हैं कि ये कोई छोटी किताब नहीं है, एक बहुत ही विलक्षण किताब है। मनोली जी से मेरा इंट्रोडक्शन आज से 4 साल पहले हिमाचल प्रदेश में हुआ था, जब मैं वहाँ पर एक टूर्नामेंट में गया था, और मेरे साथ ये 3 दिन रुके वहाँ हिमाचल में, और तीनों दिन मैंने इनको सिर्फ लिखते हुए देखा। तो ये है जुनून, और जुनून की बातें, जब पागलपन जिसको हम कह सकते हैं, जब जुनून आता है, पैदा होता है और हमारे अंदर समाहित होता है, तो फिर विलक्षण चीज़ें निकलती हैं, विलक्षण बातें होती हैं। और मनोली जी से मैं हमेशा बोलता हूँ, मनोली जी आपके पास इतना पेशेंस कैसे आप कर लेते हो कि इतनी सारी किताबें आप लिखते हो, कहाँ से मटेरियल मिलता है? मैं तो सोचता हूँ कि मैं 4 लाइनें लिखूँ कभी, और लिखी भी मैंने, लेकिन उसका बंद कर देना पड़ा। मेरे अंदर वो हिम्मत ही नहीं आई कि मैं आगे किताब लिख सकूँ। तो ये वो चीज़ें हैं जो एक प्रतिभाशाली शख्सियत हमारे सुखविंदर सिंह मनोली जी, प्रभजोत सिंह साहब बैठे हुए हैं हमारे, जिन्होंने हमेशा खिलाड़ियों को संवारा संभाला। और चंडीगढ़ तो एक ऐसी जगह है मेरे लिए, कहते हैं ना, जहाँ जिसकी जन्मभूमि हो वो याद रहती है। और मुझे तो वो जगह भी याद है जहाँ से एक ऐसी शोहरत मुझे मिली, भारतीय हॉकी को मिली, वो चंडीगढ़। 1975 का कैंप, पंजाब सरकार का कैंप जो पटियाला में था, जिसमें पैसे कुछ कम वहाँ पर सरकार के द्वारा हमारे खाने पीने में खर्च किए जा रहे थे। तो उस तत्कालीन हमारे सरदार श्री यानी जैल सिंह साहब ने, जो आज दुनिया में नहीं है, उन्होंने उस कैंप को पटियाला से उठा के चंडीगढ़ में ले लिया कि हम डबल पैसा देंगे खाने पीने का। तो ऐसे माहौल में जब हॉकी, जिसने 75 से पहले 7 गोल्ड मेडल जीत चुके थे, लेकिन उसकी हालत दशा ठीक नहीं थी, ये हम सब जानते हैं। अगर वो हालत ठीक होती उन खिलाड़ियों की, उन परिवारों की, तो आज ये क्रिकेट से कम नहीं था। क्या वो 8 गोल्ड मेडल क्रिकेट कभी जीत सकता है जो भारत ने हॉकी में जीते हैं? क्या वो इतने अनगिनत खिलाड़ी पैदा कर सकता है जितने हॉकी खिलाड़ियों ने देश को दिए हैं? लेकिन कंपेयर नहीं। हॉकी हमारा एक ऐसा खेल है जो घरों से निकला है। और एक 2-4 बातें ज़रूर करूंगा जो परिवार के सदस्य होने के नाते कभी मुझे सुनने को मिलती थी, कभी कि सबसे पहली बार जब भारत की टीम गई है 1928 में, सिर्फ 11 खिलाड़ी गए हैं। क्या हमको पता है? 11 खिलाड़ी, पैसे नहीं थे। कौन भेजेगा टीम को? कौन स्पॉन्सर करेगा? पैसा कौन देगा? हम गुलाम, कोई हमारी मिनिस्ट्री नहीं है। वो खेल उस वक्त आर्मी की टीमों के द्वारा ज़्यादा खेला जाता था, और आर्मी के टीम के मेंबर्स उसमें ज़्यादा थे। ध्यान सिंह, जैसा बताया मनोली साहब ने, कि अगर बाले तिवारी साहब उनको 4 लाइनें नहीं बोलते जो प्रेरणा वाली थी, जिसको कि अंदर से कहते ना कि आग निकाल देना, तो ध्यान सिंह को एक दिन खेलते देखा, उनके सूबेदार मेजर बाले तिवारी ने दूर से देखा कि ये लड़का ड्रिबलिंग बहुत कर रहा है, किसी को पास नहीं दे रहा है, बॉल इससे लोग छीन नहीं पा रहे हैं। तो 2-4 दिन ऑब्जर्व करा, फिर एक दिन बुलाया ध्यान सिंह को कि लड़के इधर आओ। ध्यान सिंह उनके पास जाते हैं, सैल्यूट करते हैं। तो बाले तिवारी साहब नाम पूछते, क्या नाम है तुम्हारा? तो बोलते मेरा नाम ध्यान सिंह है। 16-17 साल की उम्र में, कच्ची उम्र में ध्यान सिंह को आर्मी भर्ती कर दिया था हमारे दादाजी ने, क्योंकि खेल में ज़्यादा उनका शौक था। तो 16-17 साल में ध्यान सिंह को उन्होंने खेलते देखा और पूछा नाम। तो उन्होंने एक बात कही कि ध्यान तुम बहुत अच्छा खेलते हो, तारीफ करी। उनको
शाबाशी दी, तुम बहुत अच्छा खेलते हो, तुम्हारी ड्रिबलिंग अच्छी है, तुम्हारे ऐसा कंट्रोल है तुम्हारा जो दूसरे तुम्हारे साथी खिलाड़ी बॉल नहीं ले पाते हैं। लेकिन इसके अंदर एक चीज़ अगर तुम जोड़ दोगे तो तुम दुनिया के बेहतरीन खिलाड़ी बनोगे। वो लफ्ज़ जो बाले तिवारी ने उनसे कहे कि तुम दुनिया के बेहतरीन खिलाड़ी बनोगे, वो ध्यान सिंह को दिल में उन्होंने रख लिया। वो शब्द थे, लाइन थी कि तुम बॉल को पास करना सीख जाओ, हाउ टू पास द बॉल एंड हाउ टू कलेक्ट द बॉल। ये दो चीज़ें अगर तुम सीख लोगे तो तुम दुनिया के बेहतरीन खिलाड़ी बन जाओगे, क्योंकि ये टीम गेम है, अकेले का खेल नहीं है। 11 खेलते हैं तब टीम जीतती है। अब एक तो सूबेदार मेजर के वो लाइन जो उनको बुला के अलग से एक छोटे से रंगरूट बच्चे को कही तो उनको तो बहुत अच्छा लगा। उस टाइम बैरक्स में रहते थे वो लोग सब, कोई घर नहीं था, कोई कमरा नहीं था। अब उनको वो चीज़ अच्छी लगी तो ध्यान सिंह ने अगले दिन से जो लंच आवर होते थे ध्यान सिंह के, वो उन्होंने अपने ऐसे सुनसान जगह पे जाकर प्रैक्टिस करना शुरू कर दिया। इमेजिनरी कि टीमें खेल रही हैं और मैं भी खेल रहा हूँ, और वो इमेजिनरी चीज़ जो उन्होंने अपने दिमाग से अपनी प्रैक्टिस के थ्रू वहाँ निकाली, तो मैं समझता हूँ कि वो चीज़ उनको एक ध्यान सिंह से ध्यानचंद बनाने की लाइन तक लेके गई है। और वो दुनिया में ध्यानचंद बने जिन्होंने ऐसे ऐसे खिलाड़ी इस देश को दिए हैं अनमोल। और 11 की मैं बात कर रहा था, जब टीम गई थी तो हमारे फौज के जितने उस टाइम के फौजी एक आदेश दे दिया तो उनके रंगरूटों ने, उनके सिपाहियों ने और उनके सेना ने एक एक दिन का अपना सैलरी उसको डोनेट की थी पहले ओलंपिक खेल को जाने के वक्त, जब 1928 में टीम गई है। सिर्फ 11 खिलाड़ी, 12वें खिलाड़ी जयपाल सिंह रेड्डी साहब इंग्लैंड से आए थे। ये कहानी शुरुआत थी 1928 की, जिसमें हमारी टीम ने, भारत की टीम ने एम्स्टर्डम में, हॉलैंड में, उन्हीं के देश के अंदर उन्हीं की टीम को 3-0 से 3-0 से हराया था। और उसके बाद भारत की हॉकी ने पीछे मुड़कर नहीं देखा। 1932 4 साल के बाद ओलंपिक होता था, 4 साल तक नौकरी करनी पड़ती थी, कोई छुट्टी नहीं है, कोई प्रैक्टिस के लिए टाइम नहीं है। ध्यान सिंह लेकिन वो अपना तरीका वही उन्होंने अपनाया हुआ था कि लंच आवर में 1.5 घंटा 1 घंटा अपनी प्रैक्टिस करना, और शाम को डिनर से पहले का जो टाइम होता, चाहे वो अंधेरा हो रहा हो चाहे कुछ हो रहा हो, ध्यान सिंह अपनी हॉकी स्टिक लेके कहीं जंगल में प्रैक्टिस करते थे। तो डेफिनेटली हम सभी मानते हैं इस बात को कि इतनी प्रैक्टिस के बाद वो जुनून जिसकी बात हम मनौली साहब के लिए कर रहे थे, वो जुनून तो इंसान को तो फिर ऊंचाइयों तक ले ही जाता है। और मुझे याद आता है कि चंडीगढ़ के उस जगह पर कि जिनके मैनेजरशिप में हमारी भारत की टीम ने गोल्ड मेडल जीता था, हमारे लेट सरदार बलबीर सिंह जी साहब, एक ऐसा नाम जो हम लोग हमारे दिलो दिमाग में छाया हुआ था। उनकी तस्वीरें हमारे घर में रखी हुई थी, और जब हम वो तस्वीरें देखते थे तो अपने अंदर से प्रेरणा उत्पन्न होती थी कि हमें भी इनकी तरह ही मेडल जीतने हैं। तो ये वो चीज़ें हैं जो एक हॉकी के खिलाड़ी को प्रेरणा के रूप में आगे मिलती चली गई, आगे बढ़ती चली गई। और हॉकी ने ऐसा कमाल किया इस देश के अंदर कि आज हम दुनिया के अंदर कह सकते हैं बड़े प्राउडली कि हमारे देश ने 8 गोल्ड मेडल जीते हैं, 1 सिल्वर मेडल जीता है, 4 ब्रॉन्ज मेडल जीते हैं। तो ये किसी भी खेल के लिए और किसी देश के लिए बहुत बड़ी अचीवमेंट है। और इस अचीवमेंट पर हम खिलाड़ियों को तो नाज है ही, गर्व है। मैं समझता हूँ देशवासियों को भी गर्व है इस बात के लिए, और होना भी चाहिए कि देश की हॉकी ने हमारे देश के सम्मान के लिए हम उन खिलाड़ियों ने अपना सब कुछ निछावर करके सब कुछ निछावर किया है। मुझे एक बात याद आती कि आज से 77, 78, 78, 79 सरदार बलबीर सिंह जी का इंटरव्यू दिल्ली में चल रहा था। मैं अपनी नौकरी, मैं इंडियन एयरलाइंस में नौकरी करता था, जैसे ही उतरा हूँ मुझे कॉल आती है कि दूरदर्शन उस टाइम रिले करता था, तो उनका आपको भी इंटरव्यू में आना है, सरदार बलबीर सिंह जी का इंटरव्यू हम ले रहे हैं क्योंकि तुम उनके अंडर में खेल चुके हो, और 71 में भी वो मैनेजर थे और 75 में भी वो आपके मैनेजर थे। तो मैंने कहा मैं ज़रूर जाऊंगा, और मैं एकदम से एयरपोर्ट से दूरदर्शन ऑफिस में गया हूँ। उनका इंटरव्यू चल रहा था, और वो लाइनें मैं हमेशा बोलता हूँ हॉकी खिलाड़ियों के लिए कि उनको उस ज़माने में मिला क्या था, कुछ भी नहीं दिया।
अगर वो सब दिया होता उनको जो आज मिल रहा है खिलाड़ियों को, ज़रूर मिलना चाहिए। तो सरदार बलबीर सिंह ने अपने इंटरव्यू में कहा कि ये बताइए जब आप गोल्ड मेडल लेकर आते थे तो आपको कैसा रिसेप्शन, कैसा लगता था, क्या रिसेप्शन मिलता था। तो उन्होंने एक लाइन कही थी कि मैं जब, या हमारी टीम जब जीत कर आती थी तो हमारे गले में फूलों के हार डलते थे एयरपोर्ट के ऊपर, और वो हार घर में आते आते सूख जाते थे। ये रिसेप्शन तो हुआ करता था, खाली कुछ आगे नहीं था। जिसकी वजह से कहते रहे इंस्पायर किसको करें। अगर मुझे देखकर कोई इंस्पायर नहीं होगा तो अगली जनरेशन कैसे बढ़ेगी। हमने तो अपने पिता को देखा, चाचा को देखा, अच्छे अच्छे खिलाड़ियों को देखा, अनगिनत खिलाड़ियों को देखा, तो हम आगे बढ़े, उनसे सीखा, अपनी प्रैक्टिस करी, सीखा। कोचिंग कुछ भी नहीं थी, कौन कोच करेगा। घर में दो दो चाचा रूप सिंह जिनके नाम की स्ट्रीट जर्मन ओलंपिक में बनी हुई है, आज भी रखी हुई है। मेजर ध्यानचंद, कैप्टन रूप सिंह, लेस्ली क्लाउडियस साहब के 3 नाम ऐसे जो 2012 ओलंपिक के अंदर जिनके नाम लंदन में मेट्रो स्टेशन के नाम रखे गए थे। ये कोई छोटी चीज़ें नहीं है देश के लिए, ये हमारे देश के अचीवमेंट्स हैं, स्टार हैं, हमको गर्व है इस बात के ऊपर। लेकिन क्या दिया? हाँ, डिमांड नहीं करी खिलाड़ियों ने, डेफिनेटली आई एम प्राउड ऑफ इट। कभी नहीं बोले, कभी नहीं कहा उन्होंने कि हमको ये चाहिए, ये उनका काम है। मैंने एक एप्लीकेशन 78-79 में ध्यानचंद जी के नाम से लिखी थी, घर में कि एक गैस एजेंसी मिल जाए तो परिवार का गुजारा ठीक से हो जाएगा। 78-79 मैं वर्ल्ड कप जीत चुका था, ओलंपिक मेडल जीत चुका था, एशियाड के 3 मेडल जीत चुका था। ध्यानचंद के लिए उनकी तरफ से एप्लीकेशन लिखता हूँ पेट्रोलियम मिनिस्टर को कि ध्यानचंद का बेटा बायोडाटा मैंने लिख दिया और अर्ज कर दिया कि मुझे गैस एजेंसी दी जाए। मैंने वो एप्लीकेशन बाबूजी के सामने रखी, उनके सामने रखी, तो उन्होंने कहा क्या है। मैंने कहा बाबूजी एक एप्लीकेशन है जो आपके नाम से मैं भेज रहा हूँ, देना चाहता हूँ मिनिस्ट्री को कि ये गैस एजेंसी मिल जाएगी। ऐसे पड़ा, आर्मी की उनकी बोलने की आदत थी, अब हम साइन नहीं करेगा। बाबूजी आप साइन कर देंगे तो सैंक्शन हो जाएगी तो गैस एजेंसी मिल जाएगी, हम साइन नहीं करेगा। एक लाइन बोले, हम क्या भीख मांगे, हम क्या भीख मांगे, ये उनका काम है, वो ये देखे कि मैंने क्या किया। ये उनका काम है कि वो देखे कि मैंने क्या किया। अगर वो समझते हैं कि मैंने ठीक किया है, मुझे दें, मैं साइन नहीं करूंगा। अब आप कह सकते हैं कि मैं कितना प्राउड फील करता हूं इस बात के ऊपर कि हाँ मेरा बाप ऐसा था। ये चीजें हैं, ये वो थैंक यू सर। बहुत बहुत मुबारकबाद मनोली साहब ਤੁਹਾਡੀ ਇਸ ਖੂਬਸੂਰਤ ਕਿਤਾਬ ਵਾਸਤੇ। ਅਸੀਂ ਉਮੀਦ ਕਰਦੇ ਹਾਂ ਕਿ ਆਪਾਂ ਸਾਰੇ महान खिडारी जिन्होंने अपने अपने समय के दौरान भारत का नाम पूरी दुनिया के अंदर चमकाया। और मेरे सामने सारे सुशोभित चंडीगढ़ के ਵੱਖ-ਵੱਖ हिस्सों चो आए सारे ही नामवर शख्सियत, क्योंकि थोड़े दिन पहला मनोली जी ने मैनू कहा कि अज का इस समागम के तुसीं आउणा गा, तो बिल्कुल मैं देखा कि इन्होंने बहुत अच्छा काम जोड़ा उस सारे हाकी ओलंपीयन से किया गा। जिस दिन मैंने किताब इन्होंने भेंट की थी, तो मैं जो किताब के चंद पन्ने ही अजे पढ़े सी तो उत्थों ही पता लग्या कि कितना इन्होंने शानदार काम जोड़ा वो साडे हाकी खिडारियों ते कीता गा, उन्होंने जीवन ते कीता गा।
ਕਿ ਉਹਨਾਂ ਨੇ ਆਪਣੇ ਜੀਵਨ ਦੇ ਦੌਰਾਨ ਕਿੰਨੀ ਘਾਲਣਾ ਘਾਲ ਕੇ ਦੇਸ਼ ਲਈ ਕਿੰਨੇ ਮੈਡਲ ਜਿਹੜੇ ਨੇਗੇ ਉਹ ਜਿੱਤੇ, ਕਿੰਨੇ ਬਿਹਤਰੀਨ ਗੋਲ ਜਿਹੜੇ ਨੇਗੇ ਉਹ ਮੇਜਰ ਧਿਆਨ ਚੰਦ ਜੀ ਦਾ ਜ਼ਿਕਰ ਆਉਂਦਾ ਗਾ। ਹੋਰ ਸਾਡੇ ਸਾਰੇ ਅਸ਼ੋਕ ਜੀ ਸਾਰੇ ਸੀਨੀਅਰ ਖਿਡਾਰੀ ਬੈਠੇ ਨੇਗੇ, ਗਗਨ ਅਜੀਤ ਜੀ ਜਿਹੜੇ ਉਹਨਾਂ ਦੇ ਪਿਤਾ ਜੀ ਵੀ ਜਿਹੜੇ ਉਸ ਸਮੇਂ ਆਪਣੇ 72 ਦੀ ਗੱਲ ਕਰਦੇ ਨੇ, 74 ਦੀ ਗੱਲ ਕਰਦੇ ਨੇ। ਆਈ ਥਿੰਕ ਕਿ ਜਦੋਂ ਅਸੀਂ ਇਸ ਦੁਨੀਆ ਤੇ ਨਹੀਂ ਆਏ ਸੀ ਉਸ ਸਮੇਂ ਇਹਨਾਂ ਸਾਰੇ ਨਾਮਵਰ ਸ਼ਖਸੀਅਤਾਂ ਨੇ ਦੇਸ਼ ਦਾ ਨਾਂ ਚਮਕਾਇਆ ਗਾ। ਸੋ ਮੈਂ ਤਾਂ ਕਿਉਂਕਿ ਜ਼ਿਆਦਾ ਹਾਕੀ ਬਾਰੇ ਨਹੀਂ ਪਤਾ, ਪਰ ਲੇਕਿਨ ਮੈਂ ਦੇਖਿਆ ਗਾ ਕਿ ਜਦੋਂ ਅਸੀਂ ਬਚਪਨ 'ਚ ਸੀਗੇ, ਮੈਂ ਨਾਭਾ ਸਕੂਲ 'ਚ ਪੜ੍ਹਦਾ ਹੁੰਦਾ ਸੀਗਾ, ਤਾਂ ਸਾਡੇ ਲਿਬਰਲ ਹਾਕੀ ਟੂਰਨਾਮੈਂਟ ਹੁੰਦਾ ਸੀ। ਨਾਭੇ ਦਾ ਲਿਬਰਲ ਹਾਕੀ ਟੂਰਨਾਮੈਂਟ ਹੁੰਦਾ ਸੀਗਾ ਜੀ, ਤੇ ਸਾਡੇ ਸਕੂਲ ਦਾ ਸਾਹਮਣੇ ਰਬਦਮਨ ਕਾਲਜ ਦਾ ਗਰਾਊਂਡ ਹੁੰਦਾ ਸੀਗਾ। ਉਹ ਜਦੋਂ ਟੂਰਨਾਮੈਂਟ ਹੁੰਦਾ ਸੀਗਾ, ਸਾਡੇ ਸਕੂਲ ਵਾਲੇ ਆਲਮੋਸਟ ਸਾਨੂੰ ਛੁੱਟੀ ਕਰਦੇ ਸੀ ਕਿ ਜਾ ਕੇ ਦੇਖੋ। ਸੋ ਹੁਣ ਵੀ ਮੈਂ ਜਦੋਂ ਲਾਸਟ ਲਿਬਰਲ ਹਾਕੀ ਟੂਰਨਾਮੈਂਟ ਹੋਇਆ ਜਾ ਕੇ ਆਇਆ, ਉੱਥੇ ਮੈਂ ਤੁਹਾਡੇ ਵੱਲੋਂ ਆਪਣੇ ਵੱਲੋਂ ਗ੍ਰਾਂਟ ਵੀ ਦਿੱਤੀ। ਸੋ ਲਗਭਗ ਆਈ ਥਿੰਕ ਕਿ ਉਹ 25 ਸਾਲ ਤੋਂ ਉੱਪਰ 30 ਸਾਲ ਤੋਂ ਉੱਪਰ ਉਹ ਟੂਰਨਾਮੈਂਟ ਹੋ ਰਿਹਾ। ਉੱਥੇ ਮੈਂ ਖੁਦ ਪ੍ਰਗਟ ਸਿੰਘ ਹੋਰਾਂ ਨੂੰ, ਹੋਰ ਬਹੁਤ ਸਾਰੇ, ਸੋਢੀ ਸਾਹਿਬ ਨੂੰ, ਸਾਰਿਆਂ ਨੂੰ ਉੱਥੇ ਖੇਡਦਾ ਦੇਖਿਆ ਗਾ। ਵੱਡੇ ਵੱਡੇ ਖਿਡਾਰੀ ਜਿਹੜੇ ਉੱਥੇ ਖੇਡਦੇ ਦੇਖੇ ਨੇਗੇ। ਸੋ ਮਨੌਲੀ ਸਾਹਿਬ ਨੇ ਬਹੁਤ ਅੱਛਾ ਸਾਰਿਆਂ ਬਾਰੇ ਬਹੁਤ ਹੀ ਸ਼ਾਨਦਾਰ ਜ਼ਿਕਰ ਕੀਤਾ ਗਾ ਕਿ ਤਿੰਨ ਤਿੰਨ ਪੀੜ੍ਹੀਆਂ ਤੋਂ ਕੌਣ ਪਰਿਵਾਰ ਜਿਹੜੇ ਨੇਗੇ ਉਹ ਲੱਗੇ ਹੋਏ ਨੇਗੇ, ਕਿਸ ਤਰ੍ਹਾਂ ਉਹਨਾਂ ਨੇ ਗੋਲਡ ਮੈਡਲ ਜਿੱਤੇ ਨੇਗੇ। ਧਿਆਨ ਚੰਦ ਜੀ ਨੇ, ਬਲਬੀਰ ਸਿੰਘ ਸੀਨੀਅਰ ਜੀ ਦਾ ਜ਼ਿਕਰ ਹੈਗਾ, ਗਗਨ ਅਜੀਤ ਜੀ, ਅਜੀਤਪਾਲ ਜੀ ਦਾ, ਕੁਲਾਰ ਸਾਹਿਬ ਦਾ, ਉਹਨਾਂ ਦੇ ਪਰਿਵਾਰ ਦਾ, ਸਾਰਿਆਂ ਦਾ ਜ਼ਿਕਰ ਆ। ਸੋ ਮੈਂ ਸਮਝਦਾ ਪੁਸਤਕ ਜਿਹੜੀ ਆ ਬਹੁਤ ਹੀ ਲਾਹੇਵੰਦ ਆ, ਬਹੁਤ ਹੀ ਸਾਡੇ ਖਾਸ ਕਰਕੇ ਸਾਡੇ ਜਿਹੜੇ ਯੰਗਸਟਰ ਨੇ, ਜਿਹੜੇ ਨੌਜਵਾਨ ਖਿਡਾਰੀ ਨੇ, ਉਹਨਾਂ ਲਈ ਬਹੁਤ ਹੀ ਪ੍ਰੇਰਨਾ ਸਰੋਤ ਆ। ਕਿਉਂਕਿ ਇਹ ਜਾਣਕਾਰੀ ਜਿਹੜੀ ਆ, ਇਸ ਤਰ੍ਹਾਂ ਦੀ ਜਾਣਕਾਰੀ ਜਦੋਂ ਅਸੀਂ ਆਪਣੀ ਯੰਗ ਜਨਰੇਸ਼ਨ ਦੇ ਨਾਲ, ਆਪਣੀ ਨੌਜਵਾਨ ਪੀੜ੍ਹੀ ਦੇ ਨਾਲ ਸ਼ੇਅਰ ਕਰਦੇ ਹਾਂ, ਆਪਣੇ ਵੱਡ ਵਡੇਰਿਆਂ ਦੀ ਸ਼ੇਅਰ ਕਰਦੇ ਹਾਂ, ਉਹਨਾਂ ਦੇ ਪਾਏ ਯੋਗਦਾਨ ਦੀ ਸ਼ੇਅਰ ਕਰਦੇ ਹਾਂ, ਤਾਂ ਮੈਂ ਸਮਝਦਾ ਉਹ ਸਾਰੇ ਸਾਡੇ ਬੱਚੇ ਜਿਹੜੇ ਨੇ ਪ੍ਰੇਰਨਾ ਲੈ ਕੇ ਅੱਗੇ ਵਧਦੇ ਨੇ। ਸੋ ਮੈਂ ਅੱਜ ਸੁਖਵਿੰਦਰਜੀਤ ਸਿੰਘ ਮਨੌਲੀ ਜੀ ਨੂੰ ਮੁਬਾਰਕਬਾਦ ਦਿੰਦਾ ਗਾ। ਉਹਨਾਂ ਨੂੰ ਬਹੁਤ ਬਹੁਤ ਮੇਰੇ ਵੱਲੋਂ ਮੁਬਾਰਕਾਂ ਕਿ ਉਹਨਾਂ ਨੇ ਸ਼ਾਨਦਾਰ ਜਿਹੜਾ ਕਾਰਜ ਆ ਉਹ ਨਿਪਟੇ ਚਾੜਿਆ ਗਾ। ਮੈਂ ਤਾਂ ਇਹੀ ਉਹਨਾਂ ਤੋਂ ਉਮੀਦ ਕਰਦਾ ਗਾ ਕਿ ਆਉਣ ਵਾਲੇ ਸਮੇਂ 'ਚ ਉਹ ਜਿਸ ਤਰ੍ਹਾਂ ਹਾਕੀ ਓਲੰਪੀਅਨ ਫੈਮਿਲੀ 1 ਆ, ਹਾਕੀ ਓਲੰਪੀਅਨ ਫੈਮਿਲੀ 2, 3 ਇਸ ਤਰ੍ਹਾਂ ਜਿਹੜੀ ਉਹ ਲਗਾਤਾਰ ਲਿਖਦੇ ਰਹਿਣਗੇ। ਔਰ ਸਾਨੂੰ ਜਿਹੜਾ ਸਾਹਿਤਕ ਆਪਣੀ ਕਲਮ ਦੇ ਰਾਹੀਂ, ਆਪਣੀ ਕਲਮ ਦੇ ਰਾਹੀਂ ਜਿਹੜਾ ਉਹ ਸਾਡੇ ਓਲੰਪੀਅਨਾਂ ਦੇ ਦਰਸ਼ਨ ਕਰਵਾਉਂਦੇ ਰਹਿਣਗੇ। ਔਰ ਸਾਡੇ ਓਲੰਪੀਅਨ ਦੇ ਨਾਲ ਸਾਨੂੰ ਜਿਹੜਾ ਉਹ ਹਮੇਸ਼ਾ ਹੀ ਜਿਹੜਾ ਟੱਚ ਕਰਨਗੇ, ਉਹਨਾਂ ਨਾਲ ਲਗਾ ਕੇ ਰੱਖਣਗੇ। ਕਿਉਂਕਿ ਨਹੀਂ ਬੰਦੇ ਕਈ ਵਾਰ ਭੁੱਲ ਜਾਂਦੇ ਆਪਾਂ ਲੋਕ, ਮਨੁੱਖ ਦੀ ਜਿਹੜੀ ਮੈਮਰੀ ਆ ਬੜੀ ਛੋਟੀ ਆ। ਪਰ ਜਦੋਂ ਤੁਸੀਂ ਇਸ ਤਰ੍ਹਾਂ ਦੀਆਂ ਬੁੱਕਸ ਪੜ੍ਹਦੇ ਹੋ ਤਾਂ ਤੁਸੀਂ ਕਿਤੇ ਨਾ ਕਿਤੇ ਆਪਣੇ ਉਹਨਾਂ ਲੋਕਾਂ ਦੇ ਨਾਲ ਕਨੈਕਟ 'ਚ ਰਹਿੰਦੇ ਹੋ, ਉਹਨਾਂ ਦੇ ਸੰਪਰਕ 'ਚ ਰਹਿੰਦੇ ਹੋ ਜਿਨ੍ਹਾਂ ਨੇ ਦੇਸ਼ ਦਾ ਨਾਮ ਚਮਕਾਇਆ, ਜਿਨ੍ਹਾਂ ਨੇ ਦੁਨੀਆ ਦੇ ਅੰਦਰ ਭਾਰਤ ਦਾ ਨਾਮ, ਪੰਜਾਬ ਦਾ ਨਾਮ, ਪੰਜਾਬ ਦੇ ਪਿੰਡਾਂ ਦਾ ਨਾਮ, ਆਪਣੇ ਪਰਿਵਾਰਾਂ ਦਾ ਨਾਮ ਚਮਕਾਇਆ ਗਾ। ਔਰ ਇਸ ਤਰ੍ਹਾਂ ਇਹ ਜਿਹੜੀ ਹੈ ਇਹਨਾਂ ਬੁੱਕਸ ਤੋਂ ਸਾਨੂੰ ਮੈਂ ਸਮਝਦਾ ਬਹੁਤ ਸਾਰੀ ਭਰਪੂਰ ਪ੍ਰੇਰਨਾ ਜਿਹੜੀ ਉਹ ਸਾਡੇ ਬੱਚਿਆਂ ਨੂੰ ਮਿਲਦੀ ਆ। ਸੋ ਮੈਂ ਇੱਕ ਵਾਰ ਫੇਰ ਸੁਖਵਿੰਦਰਜੀਤ ਸਿੰਘ ਮਨੌਲੀ ਨੂੰ ਬਹੁਤ ਬਹੁਤ ਮੁਬਾਰਕਬਾਦ ਦੇਣੀ ਚਾਹੁੰਦਾ ਗਾ। ਔਰ ਸਾਰੇ ਤੁਸੀਂ ਜਿੰਨੇ ਆਏ ਹੋ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ। ਕਿਉਂਕਿ ਮੈਂ ਅੱਜ ਸਵੇਰ ਤੋਂ ਮੇਰੇ ਬਹੁਤ ਸਾਰੇ ਫੰਕਸ਼ਨ ਹਲਕਾ ਦਰਬਾਰ ਸੀਗੇ, ਉਹ ਸਾਰੇ ਅਟੈਂਡ ਕਰਕੇ, ਪਰ ਲੇਕਿਨ ਮੇਰੀ ਕਮਿਟਮੈਂਟ ਸੀ ਮਨੌਲੀ ਜੀ ਦੇ ਨਾਲ ਕਿ ਹਰ ਹਾਲਤ 'ਚ ਮੈਂ ਪਹੁੰਚਣਾ ਗਾ। ਸੋ ਹੁਣ ਵੀ ਅੱਜ ਸ਼ਾਮ ਦੇ 1-2 ਫੰਕਸ਼ਨ ਹੋਰ ਰੱਖੇ ਨੇਗੇ, ਸੋ ਮੈਂ ਜਾ ਕੇ ਅਟੈਂਡ ਕਰਨੇ ਨੇਗੇ। ਡਿਪਾਰਟਮੈਂਟ ਦੇ ਬਹੁਤ ਸਾਰੀਆਂ ਫਾਈਲਾਂ ਮੈਂ ਤਾਂ ਇੱਥੇ ਹੀ ਮੰਗਾਈਆਂ ਨੇਗੀਆਂ, ਮੈਂ ਤਾਂ ਕਲੱਬ 'ਚ ਹੀ ਫਾਈਲਾਂ ਮੰਗਾ ਲਈਆਂ ਕਿ ਇੱਥੇ ਹੀ ਕਢਵਾ ਕੇ ਲੈ ਜਾਓ। ਤਾਂ ਕੰਮ ਨਹੀਂ, ਕਿਉਂਕਿ ਸਰਕਾਰ ਫਾਈਨਾਂਸ ਮਿਨਿਸਟਰ ਦੇ ਕੰਮ ਬਹੁਤ ਸਾਰੇ ਹੁੰਦੇ ਨੇ, ਹਰ ਰੋਜ਼ ਦੀਆਂ ਹੀ ਬਹੁਤ ਸਾਰੀਆਂ ਮੀਟਿੰਗਾਂ ਹੁੰਦੀਆਂ ਨੇਗੀਆਂ। ਸੋ ਉਹਨਾਂ ਸਾਰੀਆਂ ਨੂੰ ਵੀ ਰੋਜ਼ਮਰਾ ਦੀ ਜ਼ਿੰਦਗੀ ਦੇ ਕੰਮਾਂ ਨੂੰ ਵੀ ਕਰਨਾ ਪੈਂਦਾ। ਸੋ ਤੁਹਾਡਾ ਸਭ ਦਾ ਬੁਲਾਉਣ ਤੇ ਮਾਨ ਸਨਮਾਨ ਦੇਣ ਤੇ ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ।